ਵੀ ਦੇਖ ਰਹੇ ਸਾਰੇ ਹੀ ਦੇਸ਼ ਅਤੇ ਵਿਦੇਸ਼ਾਂ ਦੇ ਦਰਸ਼ਕਾਂ ਦਾ ਗੁਰਵੇਲ ਸਿੰਘ ਵੱਲੋਂ ਪ੍ਰੋਗਰਾਮ ਗੁਰਮਤਿ ਵਿਚਾਰ ਵਿੱਚ ਨਿੱਘਾ ਸਵਾਗਤ। ਸਾਧ ਸੰਗਤ ਜੀ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੁਰੂ ਸਾਹਿਬਾਂ ਦੇ ਜੀਵਨ ਤੇ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਔਰ ਗੁਰੂ ਸਾਹਿਬਾਂ ਦੇ ਜੀਵਨ ਤੋਂ ਸਾਨੂੰ ਕੀ ਪ੍ਰੇਰਨਾ ਮਿਲਦੀਆਂ ਨੇ ਉਹ ਸਾਰੀਆਂ ਗੱਲਾਂ ਅਸੀਂ ਸਾਂਝੀਆਂ ਕਰਦੇ ਹਾਂ। ਅਤੇ ਮੈਨੂੰ ਮਾਣ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਫਿਰ ਸਾਡੇ ਨਾਲ ਜੁੜੇ ਹੋਏ ਨੇ ਸਰਦਾਰ ਹਰਪ੍ਰੀਤ ਸਿੰਘ ਜੀ, ਗੁਰੂ ਨਾਨਕ 5th ਸੈਂਚਰੀ ਸਕੂਲ ਮਸੂਰੀ, ਜਿਨ੍ਹਾਂ ਨੂੰ ਆਪ ਜੀ ਪਹਿਲਾਂ ਵੀ ਕਈ ਪ੍ਰੋਗਰਾਮਾਂ ਦੇ ਵਿੱਚ ਸੁਣ ਚੁੱਕੇ ਹੋ। ਅਤੇ ਸਰਦਾਰ ਹਰਪ੍ਰੀਤ ਸਿੰਘ ਜੀ ਦੇ ਨਾਲ ਅੱਜ ਸਾਡੀ ਵਿਚਾਰਾਂ ਦੀ ਸਾਂਝ ਰਹਿਣੀ ਹੈ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਜੀਵਨ 'ਤੇ, ਕਿਉਂਕਿ ਇਹ ਤਾਂ ਆਪ ਸਾਰੇ ਜਾਣਦੇ ਹੀ ਹੋ, ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ। ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੇ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਜੀਵਨ 'ਤੇ ਵਿਚਾਰਾਂ ਦੀ ਸਾਂਝ ਕਰਨੀ ਹੈ। ਸਰਦਾਰ ਹਰਪ੍ਰੀਤ ਸਿੰਘ ਜੀ, ਗੁਰੂ ਨਾਨਕ 5th ਸੈਂਚਰੀ ਸਕੂਲ ਮਸੂਰੀ ਦੇ ਨਾਲ। ਵੀਰ ਜੀ, ਪ੍ਰੋਗਰਾਮ ਗੁਰਮਤਿ ਵਿਚਾਰ ਵਿੱਚ ਨਿੱਘਾ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਦਰਸ਼ਕਾਂ ਦਾ ਅਤੇ ਮੇਰੇ ਵੀਰ ਗੁਰਵੇਲ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਇੱਕ ਵਾਰ ਆਪ ਜੀ ਨੇ ਫਿਰ ਮੌਕਾ ਦਿੱਤਾ ਹੈ ਗੁਰੂ ਸਾਹਿਬਾਂ ਦੇ ਜੀਵਨ ਬਾਰੇ ਵਿਚਾਰ ਪੇਸ਼ ਕਰਨ ਲਈ। ਆਓ ਸਾਰੇ ਗੁਰੂ ਜੀ ਦੇ ਜੀਵਨ ਦੇ ਬਾਰੇ ਗੱਲਾਂ ਅਤੇ ਵਿਚਾਰ ਪ੍ਰਗਟ ਕਰਦੇ ਹਾਂ ਜੀ। ਗੁਰੂ ਸਾਹਿਬਾਂ ਦੇ ਬਾਰੇ 'ਚ ਬਹੁਤ ਸੁੰਦਰ ਕਿਹਾ ਗਿਆ ਹੈ ਕਿ ਸਤਿਗੁਰੂ ਜੀ ਉਹ ਜਹਾਜ਼ ਹਨ ਜਿਹੜੇ ਜਗਤ ਜਲੰਦੇ ਤੋਂ ਸਾਨੂੰ ਲੈ ਕੇ ਉਸ ਪਰਮਾਤਮਾ ਤੱਕ ਪਹੁੰਚਣ ਵਾਲੇ ਹੈ। ਔਰ ਸਤਿਗੁਰਾਂ ਨੇ ਸਾਨੂੰ ਬਹੁਤ ਕੁਛ ਐਸਾ ਦਿੱਤਾ ਹੈ ਜਿਸ ਨੂੰ ਜਾਣਨਾ, ਸਮਝਣਾ, ਜਿਸ ਨੂੰ ਵਿਚਾਰਨਾ, ਜ਼ਿੰਦਗੀ 'ਚ ਅਪਣਾਉਣਾ ਬਹੁਤ ਜ਼ਰੂਰੀ ਹੈ। ਅਤੇ ਅੱਜ ਸਾਡੀ ਗੱਲ ਹੈ ਬਾਲਾ ਪ੍ਰੀਤਮ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਜੀਵਨ 'ਤੇ। ਅਤੇ ਵੀਰ ਜੀ, ਸਭ ਤੋਂ ਪਹਿਲਾਂ ਤਾਂ ਗੱਲ ਸਤਿਗੁਰਾਂ ਦੇ ਪ੍ਰਕਾਸ਼ ਤੋਂ ਸ਼ੁਰੂ ਕਰੀਏ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਦੋਂ ਅਤੇ ਕਿੱਥੇ ਹੋਇਆ? ਕਿਹੜੀ ਉਹ ਭਾਗਾਂ ਭਰੀ ਧਰਤੀ ਸੀ ਜਿਸ 'ਤੇ ਸਤਿਗੁਰਾਂ ਦਾ ਪ੍ਰਕਾਸ਼ ਹੋਇਆ? ਔਰ ਉਹ ਸੁਭਾਗ ਮਾਤਾ ਪਿਤਾ ਜਿਨ੍ਹਾਂ ਦੇ ਘਰ ਇਸ 8ਵੀਂ ਜੋਤ 8ਵੇਂ ਨਾਨਕ ਨੇ ਅਵਤਾਰ ਧਾਰਿਆ, ਸਭ ਤੋਂ ਪਹਿਲੇ ਤਾਂ ਉਹਨਾਂ ਦੇ ਬਾਰੇ ਜਾਣਕਾਰੀ ਜੀ। ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਜਿਨ੍ਹਾਂ ਨੂੰ ਅਸੀਂ ਬਾਲਾ ਪ੍ਰੀਤਮ ਅਤੇ ਬਾਲ ਗੁਰੂ ਦੇ ਨਾਮ ਨਾਲ ਵੀ ਜਾਣਦੇ ਹਾਂ, ਇਹਨਾਂ ਦਾ ਜਨਮ 7 ਜੁਲਾਈ 1656 ਈਸਵੀ ਨੂੰ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਹੋਇਆ ਜੀ। ਪਿਤਾ ਗੁਰੂ ਹਰਰਾਏ ਸਾਹਿਬ ਜੀ ਅਤੇ ਮਾਤਾ ਕ੍ਰਿਸ਼ਨ ਕੌਰ ਜੀ, ਕਈ ਇਤਿਹਾਸਕਾਰ ਮਾਤਾ ਸੁਲੱਖਣੀ ਜੀ ਵੀ ਨਾਮ ਦੱਸਦੇ ਹਨ, ਦੀ ਕੁੱਖੋਂ ਹੋਇਆ। ਅਤੇ ਇਹ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਹੈ ਜਿੱਥੇ ਇਹਨਾਂ ਦਾ ਜਨਮ ਹੋਇਆ। ਅਤੇ ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ 6ਵੇਂ ਅਤੇ 7ਵੇਂ ਗੁਰੂ ਦਾ ਵੀ ਪ੍ਰਕਾਸ਼ ਅਸਥਾਨ ਇਹੀ ਸੀ। ਅਤੇ ਅੱਜ ਕੱਲ੍ਹ ਉੱਥੇ ਗੁਰਦੁਆਰਾ ਸ਼ੀਸ਼ ਮਹਿਲ ਹੈ ਜੀ। ਬਚਪਨ ਤੋਂ ਹੀ ਸਭ ਤੋਂ ਵੱਖਰੀ ਅਤੇ ਨਿਰਾਲੀ ਗੱਲ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਾਰੇ ਇਹ ਹੈ ਕਿ ਛੋਟੇ ਹੁੰਦਿਆਂ ਹੀ ਉਹਨਾਂ ਦਾ ਜਿਹੜਾ ਚਿਹਰਾ ਸੀ, ਉਹਨਾਂ ਦਾ ਜਿਹੜਾ ਰੂਪ ਸੀ, ਉਹਨਾਂ ਦੀ ਜਿਹੜੀ ਸ਼ਕਲ ਸੀ, ਬਹੁਤ ਸੁੰਦਰ ਅਤੇ ਸੋਹਣੀ ਸੀ, ਮਨਮੋਹਣੀ ਸੀ। ਜਿਹੜਾ ਵੀ ਉਹਨਾਂ ਦੇ ਦਰਸ਼ਨ ਕਰਦਾ ਸੀ, ਉਸ ਦੀ ਭੁੱਖ ਲੈ ਜਾਂਦੀ ਸੀ, ਉਹ ਤ੍ਰਿਪਤੀ ਹੁੰਦੀ ਸੀ, ਇੱਕ ਅਲੱਗ ਹੀ ਤਰ੍ਹਾਂ ਦੀ ਸ਼ਾਂਤੀ ਜਿਹੜੀ ਸੀ ਉਹਨਾਂ ਨੂੰ ਮਿਲਦੀ ਸੀ। ਚਿਹਰੇ 'ਤੇ ਜੋ ਨੂਰ ਸੀ, ਉਸ ਵਕਤ ਦੀ ਸੰਗਤ ਅਤੇ ਇਤਿਹਾਸਕਾਰ ਜੋ ਲਿਖਦੇ ਹਨ ਕਿ ਉਹਨਾਂ ਦੇ ਚਿਹਰੇ 'ਤੇ ਅਲੱਗ ਹੀ ਨੂਰ ਸੀ। ਉਸ ਨੂਰ ਨੂੰ ਦੇਖ ਕੇ ਕਈਆਂ ਰੋਗੀਆਂ ਦੇ ਰੋਗ ਦੂਰ ਹੁੰਦੇ, ਤਨ ਦੇ ਅਤੇ ਮਨ ਦੇ ਰੋਗ ਦੂਰ ਹੁੰਦੇ। ਗੁਰੂ ਗੋਬਿੰਦ ਸਿੰਘ ਜੀ ਨੇ ਅਰਦਾਸ 'ਚ ਲਿਖਿਆ ਹੈ, ਸ਼੍ਰੀ ਹਰਿਕ੍ਰਿਸ਼ਨ ਜੀ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਕਿ ਕਈਆਂ ਦੇ ਤੇ ਗੁਰੂ ਜੀ ਨੂੰ ਦਰਸ਼ਨ ਕਰਨ 'ਤੇ ਹੀ ਤਨ ਅਤੇ ਮਨ ਦੇ ਰੋਗ ਦੂਰ ਹੋ ਜਾਂਦੇ ਸਨ। ਸੋ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰੂ ਹਰਰਾਏ ਸਾਹਿਬ ਜੀ ਦੇ ਘਰ ਪੈਦਾ ਹੁੰਦੇ ਹਨ ਅਤੇ ਉਹਨਾਂ ਤੋਂ ਇੱਕ ਵੱਡਾ ਭਰਾ ਵੀ ਸੀ ਉਹਨਾਂ ਦਾ, ਜਿਸ ਦਾ ਨਾਮ ਰਾਮ ਰਾਏ ਸੀ। ਸੁਭਾਅ ਦਾ ਬੜਾ ਅੱਖੜ ਖਾਨ ਸੀ, ਥੋੜ੍ਹਾ ਜਿਹਾ ਅਲੱਗ ਸੀ, ਪਰ ਜੋ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੁਭਾਅ ਦੇ ਬੜੇ ਹੀ ਨਿਮਰਤਾ ਵਾਲੇ ਅਤੇ ਧਾਰਮਿਕ ਬਿਰਤੀ ਵਾਲੇ ਸਨ। ਇਹਨਾਂ ਦੀ ਇੱਕ ਗੱਲ ਮੈਂ ਆਪ ਜੀ ਨਾਲ ਜ਼ਰੂਰ ਸਾਂਝੀ ਕਰਾਂਗਾ ਕਿ ਬਚਪਨ ਤੋਂ ਇਹ ਤੀਖਣ ਬੁੱਧੀ ਦੇ ਮਾਲਕ ਸਨ ਔਰ ਯਾਦ ਸ਼ਕਤੀ ਇੰਨੀ ਜ਼ਿਆਦਾ ਸੀ ਕਿ ਇਤਿਹਾਸ 'ਚੋਂ ਪੜ੍ਹਨ ਤੋਂ ਪਤਾ ਚੱਲਦਾ ਕਿ 4 ਸਾਲਾਂ ਦੀ ਉਮਰ ਵਿੱਚ ਇਹਨਾਂ ਨੇ ਨਿਤਨੇਮ ਦੀਆਂ ਬਾਣੀਆਂ ਕੰਠ ਕੀਤੀਆਂ ਹੋਈਆਂ ਸਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਸ਼ਬਦ ਵੀ ਇਹਨਾਂ ਨੂੰ ਯਾਦ ਸਨ, ਕੰਠ ਸਨ। ਸੋ ਮਾਤਾ ਪਿਤਾ ਦੀ ਦੇਖ ਰੇਖ ਹੇਠ ਜਦੋਂ ਇਹਨਾਂ ਦੀ ਪਰਵਰਿਸ਼ ਹੋਈ ਅਤੇ ਪਰਵਰਿਸ਼ ਦੇ ਨਾਲ ਨਾਲ ਇਹਨਾਂ ਨੇ ਗੁਰਬਾਣੀ ਦੀ ਜੋ ਗੁੜਤੀ ਗੁਰੂ ਹਰਰਾਏ ਸਾਹਿਬ ਜੀ ਤੋਂ ਲਈ, ਉਹ ਗੁੜਤੀ ਨੇ ਹੀ ਇਹਨਾਂ ਨੂੰ ਤਾਰ ਦਿੱਤਾ।
ਬਹੁਤ ਵਧੀਆ ਵੀਰ ਜੀ, ਉਹਨਾਂ ਨੇ ਸਤਿਗੁਰਾਂ ਦੇ ਪ੍ਰਕਾਸ਼ ਸੰਬੰਧੀ ਜਾਣਕਾਰੀ ਦਿੱਤੀ ਹੈ ਕਿ ਸਤਿਗੁਰਾਂ ਦਾ ਪ੍ਰਕਾਸ਼ ਹੋਇਆ। ਕਿਉਂਕਿ ਇੱਕ ਗੱਲ ਤਾਂ ਬੜੀ ਪਿਆਰੀ ਹੈ, ਜੇਕਰ ਤੁਸੀਂ ਗੁਰਬਾਣੀ ਪੜ੍ਹੋ ਤਾਂ ਗੁਰਬਾਣੀ ਦੇ ਵਿੱਚ ਬੜੇ ਪਿਆਰੇ ਸ਼ਬਦ ਆਉਂਦੇ ਨੇ ਜਦ ਅਸੀਂ ਪੜ੍ਹਦੇ ਹਾਂ ਨਾ, ਕਿ ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਜਦੋਂ ਗੁਰੂ ਮਿਲ ਜਾਂਦਾ ਹੈ ਨਾ, ਤੇ ਸਿਰਫ ਤਨ ਹੀ ਨਹੀਂ ਮਨ ਵੀ ਹਰਿਆ ਹੋ ਜਾਂਦਾ ਹੈ। ਔਰ ਵਾਕਿਆ ਹੀ ਜਿੰਨੇ ਰੋਗ ਅਸੀਂ ਦੇਖਦੇ ਹਾਂ, ਇਹ ਸਾਰੇ ਰੋਗ ਪਹਿਲਾਂ ਮਨ ਦੇ ਰੋਗ ਹੁੰਦੇ ਆ। ਮਨ ਦੇ ਰੋਗ ਹੀ ਤਨ ਦੇ ਵਿੱਚ ਕਨਵਰਟ ਹੁੰਦੇ ਆ, ਕਿਉਂਕਿ ਜਦ ਮਨ ਰੋਗੀ ਹੋਵੇਗਾ ਤਨ ਨੇ ਰੋਗੀ ਹੋ ਹੀ ਜਾਣਾ। ਅਤੇ ਜੇ ਕਿਸੇ ਦਾ ਮਨ ਤੰਦਰੁਸਤ ਹੋਇਆ, ਉਹਦਾ ਤਨ ਆਪਣੇ ਆਪ ਹੀ ਤੰਦਰੁਸਤ ਹੋ ਜਾਣਾ। ਅਤੇ ਮਨ ਦੀ ਸਾਰੀ ਖੇਡ ਹੈ, ਕਿਉਂਕਿ ਹਰ ਪਾਸੇ ਖੇਡ ਇਸ ਮਨ ਦੀ ਹੈ। ਜੇ ਮਨ ਤੁਹਾਡੇ ਨੇ ਜਿਸ ਚੀਜ਼ ਨੂੰ ਐਕਸੈਪਟ ਕਰ ਲਿਆ, ਉਹ ਮਿਲ ਜਾਣੀ ਹੈ। ਅਤੇ ਦੂਸਰੀ ਗੱਲ ਆਉਂਦੀ ਹੈ, ਅਸੀਂ ਦੂਸਰੇ ਪੱਖ 'ਤੇ ਚੱਲੀਏ ਸਤਿਗੁਰਾਂ ਦੇ ਜੀਵਨ ਦੇ 'ਤੇ, ਕਿ ਗੁਰੂ ਸਾਹਿਬਾਂ ਦੇ ਵੱਡੇ ਭਰਾਤਾ ਉਹ ਬਾਬਾ ਰਾਮ ਰਾਏ ਜੀ, ਉਹ ਤਾਂ ਕਾਫੀ ਵੱਡੇ ਸੀ, ਸਿਆਣੇ ਸੀ। ਅਤੇ ਉਹਨਾਂ ਨੂੰ ਛੱਡ ਕੇ ਗੁਰੂ ਹਰਿਰਾਏ ਸਾਹਿਬ ਜੀ ਨੇ ਜੋ ਗੁਰਗੱਦੀ ਸੀ, ਉਹ ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਕਿਉਂ ਦਿੱਤੀ 5 ਸਾਲ ਦੀ ਉਮਰ? ਜੀ ਬਿਲਕੁਲ, ਬੜਾ ਵਧੀਆ ਤੁਸੀਂ ਕੁਐਸਚਨ ਪੁੱਛਿਆ ਹੈ, ਸਵਾਲ ਪੁੱਛਿਆ ਗੁਰੂ ਸਾਹਿਬਾਂ ਬਾਰੇ। ਉਹ ਇਹ ਹੈ ਕਿ ਗੁਰੂ ਹਰਕ੍ਰਿਸ਼ਨ ਜੀ ਦਾ ਸੁਭਾਅ ਬਚਪਨ ਤੋਂ ਹੀ ਬੜਾ ਧਾਰਮਿਕ ਅਤੇ ਭਗਤੀ ਭਾਵ ਵਾਲਾ ਸੀ। ਇੱਕ ਛੋਟੀ ਜਿਹੀ ਸਾਖੀ, ਇੱਕ ਪ੍ਰਸੰਗ ਹੈ ਕਿ ਇੱਕ ਵਾਰ ਬਾਬਾ ਰਾਮ ਰਾਏ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੋਨੋਂ ਇਕੱਠੇ ਹੀ ਆਪਣੇ ਪਿਤਾ ਜੀ ਦੇ ਸਾਹਮਣੇ ਬੈਠ ਕੇ ਪਾਠ ਕਰ ਰਹੇ ਸਨ, ਸਿਮਰਨ ਵਿੱਚ ਲੀਨ ਸਨ। ਅਤੇ ਕਿਸੇ ਸਿੱਖ ਨੇ ਸੰਗਤ ਵਿੱਚੋਂ ਉੱਠ ਕੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਪੁੱਛਿਆ ਕਿ ਇਹਨਾਂ ਦੋਨਾਂ ਪੁੱਤਰਾਂ ਦੇ ਵਿੱਚੋਂ ਕਿਸ ਦਾ ਜ਼ਿਆਦਾ ਧਿਆਨ ਉਸ ਪ੍ਰਭੂ ਪਰਮਾਤਮਾ ਨਾਲ ਜੁੜਿਆ ਹੈ ਜੀ। ਅਤੇ ਗੁਰੂ ਹਰਿਰਾਏ ਸਾਹਿਬ ਜੀ ਨੇ ਇੱਕ ਸੂਈ ਦਿੱਤੀ ਉਸ ਸਿੱਖ ਨੂੰ ਅਤੇ ਕਿਹਾ ਕਿ ਜਿੱਥੇ ਇਹ ਬੈਠੇ ਹੋਏ ਹਨ, ਉਹਨਾਂ ਦੀ ਪੀੜ੍ਹੀ ਦੇ ਜਾ ਕੇ ਪਾਵੇ ਦੇ ਨਾਲ ਉਹ ਸੂਈ ਚੁੱਭਣੀ ਹੈ। ਅਤੇ ਜੇ ਤਾਂ ਸੂਈ ਜਿਸ ਦੇ ਪਾਵੇ ਦੇ ਵਿੱਚ ਖੁੱਭ ਗਈ, ਅਤੇ ਉਹ ਉਸ ਦਾ ਧਿਆਨ ਤਾਂ ਜ਼ਿਆਦਾ ਜੁੜਿਆ ਹੋਇਆ ਹੈ, ਜਿਸ ਦੀ ਪਾਵੇ ਦੇ ਵਿੱਚ ਉਹ ਸੂਈ ਨਾ ਖੁੱਭੀ, ਉਸ ਦਾ ਧਿਆਨ ਜੁੜਿਆ ਨਹੀਂ ਜੀ। ਉਸੇ ਸਿੱਖ ਨੇ ਉਸੇ ਤਰ੍ਹਾਂ ਕੀਤਾ। ਉਹ ਸੂਈ ਲੈ ਕੇ ਪਹਿਲਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਜ਼ਦੀਕ ਬੈਠਿਆ, ਜਿੱਥੇ ਗੁਰੂ ਸਾਹਿਬ ਬੈਠੇ ਹੋਏ ਸਨ। ਉਸ ਪਾਵੇ ਨੂੰ ਸੂਈ ਚਬੋਈ ਅਤੇ ਸੂਈ ਪੂਰੀ ਦੀ ਪੂਰੀ ਅੰਦਰ ਲੱਕੜ ਦੇ ਵਿੱਚ ਨਿਕਲ ਗਈ। ਦੂਸਰੇ ਪਾਸੇ ਜਦੋਂ ਬਾਬਾ ਰਾਮ ਰਾਏ ਜੀ ਦੇ ਕੋਲ ਜਾ ਕੇ ਉਹਨਾਂ ਨੇ ਸੂਈ ਚਬੋਈ ਅਤੇ ਉਹ ਲੱਕੜ ਦੇ ਵਿੱਚ ਸੂਈ ਗਈ ਨਾ ਜੀ। ਉਸ ਸਿੱਖ ਨੇ ਆ ਕੇ ਗੁਰੂ ਜੀ ਨੂੰ ਕਿਹਾ ਕਿ ਇਹ ਕੁਛ ਹੋਇਆ ਹੈ। ਗੁਰੂ ਸਾਹਿਬਾਂ ਨੇ ਕਿਹਾ ਹੈ ਕਿ ਇਹ ਜਿਹੜਾ ਜ਼ਿਆਦਾ ਧਿਆਨ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜੁੜਿਆ ਹੋਇਆ ਹੈ, ਕਿਉਂਕਿ ਬਾਣੀ ਜਿਹੜੀ ਹੈ ਤਨ ਦੇ ਨਾਲ ਨਾਲ ਮਨ 'ਤੇ ਵੀ ਅਸਰ ਕਰਦੀ ਹੈ ਅਤੇ ਮਨ ਨੂੰ ਵੀ ਕੋਮਲ ਕਰ ਦਿੰਦੀ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਨ ਤੋਂ ਗੁਰਬਾਣੀ ਪੜ੍ਹ ਰਹੇ ਹਨ, ਅਤੇ ਇਸ ਲਈ ਸੂਈ ਵੀ ਉਹਨਾਂ ਦੇ ਪਾਵੇ ਦੇ ਵਿੱਚ ਚਲੀ ਗਈ ਹੈ। ਅਤੇ ਬਾਬਾ ਰਾਮ ਰਾਏ ਜੀ ਉਹ ਮਨ ਤੋਂ ਨਹੀਂ ਕਰ ਰਹੇ, ਅਤੇ ਇਹੀ ਦੋਨਾਂ ਵਿੱਚ ਫਰਕ ਹੈ। ਆਪ ਜੀ ਨੇ ਗੱਲ ਕੀਤੀ ਗੁਰਗੱਦੀ ਦੀ। ਗੁਰਗੱਦੀ ਜਦੋਂ ਇਹ ਪਤਾ ਗੁਰੂ ਹਰਿਰਾਏ ਸਾਹਿਬ ਜੀ ਨੂੰ ਚੱਲਿਆ ਕਿ ਗੁਰੂ ਹਰਕ੍ਰਿਸ਼ਨ ਵਾਕਈ ਹੀ ਗੁਰਗੱਦੀ ਦੇ ਲਾਇਕ ਹਨ, ਅਤੇ ਉਹਨਾਂ ਨੇ ਸਮਾਂ ਰਹਿੰਦਿਆਂ ਹੀ ਆਪਣੀ ਗੁਰਗੱਦੀ ਜਿਹੜੀ ਸੀ ਉਹ ਆਪਣੇ ਜੋਤੀ ਜੋਤ ਸਮਾਉਣ ਤੋਂ 14 ਦਿਨ ਪਹਿਲਾਂ ਹੀ ਕੀਰਤਪੁਰ ਸਾਹਿਬ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਸੌਂਪ ਦਿੱਤੀ ਸੀ ਜੀ। ਉਸ ਵਕਤ ਇਹਨਾਂ ਦੀ ਆਯੂ ਜੋ ਉਮਰ ਸੀ ਉਹ 5 ਸਾਲ ਅਤੇ 3 ਮਹੀਨੇ ਸੀ। ਔਰ ਇਹਦੇ ਪਿੱਛੇ ਇੱਕ ਵੱਡੀ ਗੱਲ ਇਹ ਵੀ ਸੀ ਕਿ ਜਦੋਂ ਇੱਕ ਵਾਰ ਔਰੰਗਜ਼ੇਬ ਬਾਦਸ਼ਾਹ ਨੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਬੁਲਵਾਇਆ ਦਿੱਲੀ, ਇਸ ਲਈ ਕਿਉਂਕਿ ਕੁਝ ਕੱਟੜ ਮੁਸਲਮਾਨਾਂ ਨੇ ਇਹ ਗੱਲ ਔਰੰਗਜ਼ੇਬ ਤੱਕ ਪਹੁੰਚਾਈ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁਛ ਮੁਸਲਮਾਨ ਧਰਮ ਬਾਰੇ ਗਲਤ ਲਿਖਿਆ ਹੋਇਆ ਹੈ, ਤੁਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਤੋਂ ਵਿਥਿਆ ਸੁਣੀ ਜਾਏ, ਵਿਚਾਰ ਸੁਣਿਆ ਜਾਏ ਕਿ ਕੀ ਉੱਥੇ ਗਲਤ ਵਾਕਈ ਹੈ। ਗੁਰੂ ਹਰਿਰਾਏ ਸਾਹਿਬ ਜੀ ਕੋਲ ਜਦੋਂ ਸੁਨੇਹਾ ਪਹੁੰਚਿਆ, ਅਤੇ ਗੁਰੂ ਹਰਿਰਾਏ ਸਾਹਿਬ ਜੀ ਤਾਂ ਖੁਦ ਨਹੀਂ ਗਏ, ਉਹਨਾਂ ਨੇ ਆਪਣੇ ਵੱਡੇ ਬੇਟੇ ਰਾਮ ਰਾਏ ਨੂੰ ਭੇਜਿਆ ਅਤੇ ਨਾਲ ਇਹ ਕਿਹਾ ਕਿ ਗੁਰਸਿੱਖੀ ਸਿਧਾਂਤਾਂ ਦੇ ਅਨੁਸਾਰ ਜਵਾਬ ਦੇਣਾ ਹੈ ਜੀ। ਜਦੋਂ ਬਾਬਾ ਰਾਮ ਰਾਏ ਜੀ ਗਏ, ਬਾਬਾ ਰਾਮ ਰਾਏ ਜੀ ਦਿੱਲੀ ਜਾ ਕੇ ਸ਼ਾਹੀ ਠਾਠ ਬਾਠ ਦੇਖ ਕੇ ਹੈਰਾਨ ਹੋ ਗਏ, ਅਤੇ ਉਹਨਾਂ ਨੇ ਔਰੰਗਜ਼ੇਬ ਬਾਦਸ਼ਾਹ ਦੇ ਕਈ ਸਵਾਲਾਂ ਦੇ ਪ੍ਰਸ਼ਨ ਦਿੱਤੇ, ਇੱਥੋਂ ਤੱਕ ਕਿ ਖੂਹ ਦੇ ਉੱਤੇ ਕੱਪੜਾ ਪਾ ਕੇ ਬੈਠ ਕੇ ਦਿਖਾਇਆ, ਹਵਾ ਵਿੱਚ ਵ੍ਰਿਕਸ਼ ਵੀ ਉਡਾ ਕੇ ਦਿਖਾਇਆ, ਬਹੁਤ ਕੁਝ ਕਰਾਮਾਤਾਂ ਜਦੋਂ ਕੀਤੀਆਂ। ਅਤੇ ਅਖੀਰ 'ਤੇ ਜਦੋਂ ਬਾਦਸ਼ਾਹ ਔਰੰਗਜ਼ੇਬ ਨੇ ਪੁੱਛਿਆ ਕਿ ਇੱਕ ਗੁਰਬਾਣੀ ਦੀ ਤੁਕ ਹੈ, ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਹਾਰ, ਘੜ ਭਾਂਡੇ ਇੱਟਾਂ ਥੀਆਂ ਜਲਦੀ ਕਰੇ ਪੁਕਾਰ, ਇਹਦੇ ਵਿੱਚ ਮੁਸਲਮਾਨ ਕਿਉਂ ਲਿਖਿਆ ਹੈ? ਉਸ ਵਕਤ ਬਾਬਾ ਰਾਮ ਰਾਏ ਨੇ ਉਸ ਵਕਤ ਕੀ ਕੀਤਾ ਕਿ ਉਹ ਗੁਰਬਾਣੀ ਦੀ ਤੁਕ ਨੂੰ ਬਦਲ ਦਿੱਤਾ। ਮੁਸਲਮਾਨ ਦੀ ਜਗ੍ਹਾ ਉਹਨਾਂ ਨੇ ਬੇਈਮਾਨ ਕਹਿ ਦਿੱਤਾ, ਕਿਹਾ ਕਿ
ਇਹ ਗਲਤੀ ਨਾਲ ਲਿਖਿਆ ਗਿਆ ਹੈ ਤੇ ਇੱਥੇ ਅਸਲ 'ਚ ਆਉਣਾ ਸੀ ਮਿੱਟੀ ਬੇਈਮਾਨ ਕੀ ਜੀ। ਔਰ ਰਾਜਾ ਜਿਹੜਾ ਸੀ ਬਾਦਸ਼ਾਹ ਬੜਾ ਖੁਸ਼ ਹੋਇਆ, ਉਸਨੇ ਰਾਮ ਰਾਏ ਜੀ ਨੂੰ ਜਗੀਰ ਵੀ ਦਿੱਤੀ। ਪਰ ਇਹ ਖਬਰ ਜਦੋਂ ਪਿਤਾ ਗੁਰੂ ਹਰਰਾਏ ਸਾਹਿਬ ਜੀ ਨੂੰ ਮਿਲੀ ਤੇ ਗੁਰੂ ਹਰਰਾਏ ਸਾਹਿਬ ਜੀ ਬਹੁਤ ਸਖਤ ਨਾਰਾਜ਼ ਹੋਏ। ਉਹਨਾਂ ਨੇ ਬਾਬਾ ਰਾਮ ਰਾਏ ਨੂੰ ਕਿਹਾ ਕਿ ਤੂੰ ਸਾਡਾ ਪੁੱਤਰ ਨਹੀਂ, ਤੇਰਾ ਜਿੱਧਰ ਨੂੰ ਵੀ ਮੂੰਹ ਹੈ ਤੂੰ ਉੱਧਰ ਨੂੰ ਚਲਿਆ ਜਾ, ਤੂੰ ਸਾਡੇ ਮੱਥੇ ਨਹੀਂ ਲੱਗੇਗਾ, ਅਸੀਂ ਤੇਰੇ ਦਰਸ਼ਨ ਨਹੀਂ ਕਰਨੇ ਕਿਉਂਕਿ ਤੂੰ ਗੁਰਬਾਣੀ ਨੂੰ ਪਲਟ ਦਿੱਤਾ ਹੈ। ਉਸ ਤੋਂ ਬਾਅਦ ਗੁਰੂ ਹਰਰਾਏ ਸਾਹਿਬ ਜੀ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਦਿੱਤੀ ਔਰ ਗੁਰਗੱਦੀ 23 ਸਤੰਬਰ 1661 ਈਸਵੀ ਨੂੰ ਦਿੱਤੀ ਸੀ। ਉਸ ਵਕਤ ਉਮਰ 5 ਸਾਲ 5.25 ਸਾਲ ਸੀ। ਛੋਟੇ ਜਿਹੇ ਗੁਰੂ ਬਾਲ ਗੁਰੂ ਨੂੰ ਦੇਖ ਕੇ ਸਾਰਿਆਂ ਦੇ ਮਨਾਂ 'ਚ ਬੜੀ ਹੈਰਾਨੀ ਸੀ ਕਿ ਇਹ ਜ਼ਿੰਮੇਵਾਰੀਆਂ ਨਿਭਾ ਪਾਉਣਗੇ। ਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜ਼ਿੰਮੇਵਾਰੀਆਂ ਨਿਭਾਈਆਂ ਹੀ ਨਹੀਂ, ਗੁਰੂ ਵਾਲਾ ਪੂਰਾ ਕੰਮ ਕਰਕੇ ਦਿਖਾਇਆ ਜੀ। ਔਰ ਇਹ ਗੁਰੂ ਵਾਲਾ ਕੰਮ ਕਿੱਦਾਂ ਕੀਤਾ? ਕਿਉਂਕਿ ਉਸ ਵਕਤ ਮਜਬੂਰੀਆਂ ਬਹੁਤ ਸਨ, ਮਸੰਦ ਜਿਹੜੇ ਸਨ ਗੁਰੂ ਜੀ ਦੇ ਖਿਲਾਫ ਸਨ, ਰਾਮ ਰਾਏ ਗੁਰੂ ਜੀ ਦੇ ਖਿਲਾਫ ਸੀ, ਔਰੰਗਜ਼ੇਬ ਵੀ ਰਾਮ ਰਾਏ ਨਾਲ ਮਿਲਿਆ ਹੋਇਆ ਸੀ। ਪਰ ਇੰਨੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਦੇ ਬਾਵਜੂਦ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਪਿਤਾ ਜੀ ਦੇ ਵਾਂਗ ਹੀ, ਜਿਵੇਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਉਹ ਨਿਤਨੇਮ 'ਚ ਜੁੜਦੇ, ਬਾਣੀ ਸਿਮਰਨ ਕੀਰਤਨ ਕਰਦੇ, ਫਿਰ ਆ ਕੇ ਸੰਗਤਾਂ ਦੇ ਵਿੱਚ ਕਥਾ ਕੀਰਤਨ ਕਰਿਆ ਕਰਦੇ, ਸੰਗਤਾਂ ਦੇ ਨਾਲ ਬੈਠ ਕੇ ਵਿਚਾਰ ਵਿਮਰਸ਼ ਕਰਿਆ ਕਰਦੇ। ਇੱਥੋਂ ਤੱਕ ਕਿ ਉਹਨਾਂ ਨੇ ਆਪਣੇ ਪਿਤਾ ਜੀ ਤੋਂ, ਗੁਰੂ ਹਰਰਾਏ ਸਾਹਿਬ ਜੀ ਤੋਂ, ਦਵਾਖਾਨਾ ਜਿਹੜਾ ਚੱਲਦਾ ਸੀ ਉਹਦੇ ਵਿੱਚ ਦਵਾਈਆਂ ਕਿਵੇਂ ਦਿੱਤੀਆਂ ਜਾਂਦੀਆਂ ਹਨ, ਇਲਾਜ ਕਿਵੇਂ ਕੀਤੇ ਜਾਂਦੇ ਹਨ, ਰੋਗੀਆਂ ਦੇ ਇਲਾਜ ਕਿਵੇਂ ਕੀਤੇ ਜਾਂਦੇ ਸਨ, ਉਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਰਦੇ ਰਹੇ। ਆਪ ਹਰ ਹੱਥੀਂ ਗੁਰੂ ਸਾਹਿਬਾਂ ਨੇ ਰੋਗੀਆਂ ਨੂੰ ਠੀਕ ਕੀਤਾ। ਸੋ ਇਹ ਰੋਜ਼ਾਨਾ ਦੀ ਉਹਨਾਂ ਦੀ ਜੋ ਰੂਟੀਨ ਹੋ ਗਈ ਸੀ। ਅਤੇ ਆਹਿਸਤਾ ਆਹਿਸਤਾ ਜਦੋਂ ਸੰਗਤ ਇਕੱਠੀ ਹੁੰਦੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਮੁੱਖ ਤੋਂ ਪ੍ਰਵਚਨ ਸੁਣ ਕੇ, ਉਪਦੇਸ਼ ਸੁਣ ਕੇ, ਉਹਨਾਂ ਦਾ ਪ੍ਰਵਚਨ ਬੋਲਣ ਦਾ, ਉਪਦੇਸ਼ ਕਰਨ ਦਾ ਪ੍ਰਭਾਵ ਇੰਨਾ ਜ਼ਿਆਦਾ ਸੀ ਕਿ ਬੜੇ ਬੜੇ ਵਿਦਵਾਨ ਵੀ ਗੁਰੂ ਜੀ ਦੇ ਚਰਨੀ ਆ ਕੇ ਡਿੱਗ ਪਏ ਔਰ ਸੰਗਤ ਬਹੁਤ ਵਧਣੀ ਸ਼ੁਰੂ ਹੋ ਗਈ ਜੀ। ਵਾਕਿਆ ਹੀ ਗੁਰੂ, ਕਿਉਂਕਿ ਮੈਨੂੰ ਗੁਰਬਾਣੀ ਦੀ ਇੱਕ ਲਾਈਨ ਹੈ ਜਿਹੜੀ ਪੰਕਤੀ ਬੜੀ ਚੰਗੀ ਲੱਗਦੀ ਹੈ, ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ। ਕਿਉਂਕਿ ਜੋ ਉਸ ਪਰਮਾਤਮਾ ਦੀ ਅਸਲ ਸ਼ਕਤੀ ਹੈ, ਉਸ ਪਰਮਾਤਮਾ ਦੀ ਜੋ ਅਸਲ ਪਾਵਰ ਹੈ, ਉਸ ਨੂੰ ਜਾਂ ਤਾਂ ਪਰਮਾਤਮਾ ਜਾਣਦਾ ਹੈ ਜਾਂ ਫਿਰ ਗੁਰੂ ਜਾਣਦਾ ਹੈ। ਔਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਸ ਪਰਮਾਤਮਾ ਦੀ ਉਸ ਕੁਦਰਤ ਨੂੰ ਜਾਣਦੇ ਸਨ, ਜਿਸ ਦੀ ਇੱਕ ਉਦਾਹਰਨ ਹੋਰ ਮਿਲਦੀ ਹੈ। ਕਿਉਂਕਿ ਅਸੀਂ ਗੱਲ ਕਰਨੀ ਹੈ ਔਰੰਗਜ਼ੇਬ ਦੇ ਵੱਲ, ਜਦੋਂ ਸਤਿਗੁਰੂ ਜੀ ਜਾ ਰਹੇ ਨੇ ਦਿੱਲੀ ਨੂੰ, ਔਰ ਦਿੱਲੀ ਦੇ ਵਿੱਚ ਉਸਨੇ ਕਿਉਂ ਬੁਲਵਾਇਆ, ਉਹ ਸਾਰੀ ਗੱਲ ਕਰਨੀ ਹੈ। ਪਰੰਤੂ ਉਹਦੇ ਵਿੱਚ ਇੱਕ ਚੀਜ਼ ਇਹ ਹੈ ਕਿ ਉਹ ਬੁਲਵਾਇਆ ਕਿਉਂ, ਉਹਦੀ ਤੇ ਗੱਲ ਕਰਨੀ ਹੀ ਕਰਨੀ ਹੈ। ਪਰੰਤੂ ਰਸਤੇ ਦੇ ਵਿੱਚ ਜਿਹੜਾ ਸਤਿਗੁਰਾਂ ਨੇ, ਉਹ ਲੋਕਾਂ ਦੇ ਅੰਦਰ ਇੱਕ ਤੌਖਲਾ ਸੀ, ਇੱਕ ਸ਼ੰਕਾ ਸੀ, ਇਹ ਬੱਚਾ ਕੀ ਗੁਰੂ ਹੋ ਸਕਦਾ ਹੈ? ਜੇ ਇਹ ਗੁਰੂ ਹੈ, ਉਹ ਪੰਡਿਤ ਲਾਲ ਚੰਦ ਨੇ ਕਹਿ ਹੀ ਦਿੱਤਾ ਸੀ ਕਿ ਕ੍ਰਿਸ਼ਨ ਨੇ ਤੇ ਗੀਤਾ ਲਿਖੀ ਸੀ, ਜੇ ਤੁਸੀਂ ਹਰ ਕ੍ਰਿਸ਼ਨ ਹੋ ਤੇ ਤੁਸੀਂ ਗੀਤਾ ਦੇ ਮੀਨਿੰਗ ਕਰਕੇ ਦਿਖਾ ਲਓ। ਔਰ ਸਤਿਗੁਰਾਂ ਨੇ ਉਸ ਵੇਲੇ ਜੋ ਕੌਤਕ ਪੰਜੋਖਰੇ ਦੀ ਧਰਤੀ 'ਤੇ ਵਰਤਾਇਆ, ਪਹਿਲੇ ਤੇ ਉਸ ਕੌਤਕ ਦੀ ਗੱਲ ਕਰੋ ਜੀ, ਫਿਰ ਉਦੋਂ ਅੱਗੇ ਜਿਹੜਾ ਉਹ ਔਰੰਗਜ਼ੇਬ ਦੇ ਨਾਲ ਜਿਸ ਤਰ੍ਹਾਂ ਗਏ, ਜੋ ਵਾਹ ਪਿਆ, ਉਹਦੀ ਗੱਲ ਫੇਰ ਕਰ ਜੀ। ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਇਹ ਦੇਖਿਆ ਕਿ ਰਾਮ ਰਾਏ ਮੇਰੇ ਕੋਲ ਪਹੁੰਚਿਆ ਹੈ, ਗੁਰੂ ਹਰਰਾਏ ਸਾਹਿਬ ਜੀ ਦਾ ਵੱਡਾ ਬੇਟਾ, ਸ਼ਿਕਾਇਤ ਇਹ ਸੀ ਕਿ ਜੀ ਮੇਰੇ ਛੋਟੇ ਭਰਾ ਨੂੰ ਗੁਰਗੱਦੀ ਦਿੱਤੀ ਗਈ ਹੈ ਜੋ 5 ਸਾਲ ਦੇ ਹਨ ਅਤੇ ਮੈਂ ਉਹਨਾਂ ਤੋਂ ਕਾਫੀ ਵੱਡਾ ਹਾਂ, ਮੈਨੂੰ ਗੁਰਗੱਦੀ ਨਹੀਂ ਦਿੱਤੀ ਗਈ। ਇਹ ਗੱਲ ਸੁਣ ਕੇ ਔਰੰਗਜ਼ੇਬ ਬਾਦਸ਼ਾਹ ਵੀ ਬਹੁਤ ਹੈਰਾਨ ਹੋਇਆ। ਅਸਲ ਵਿੱਚ ਔਰੰਗਜ਼ੇਬ ਬਾਦਸ਼ਾਹ ਇਹ ਚਾਹੁੰਦਾ ਸੀ ਕਿ ਉਹ 5-6 ਸਾਲ ਦੇ ਜਿਹੜੇ ਬਾਲ ਗੁਰੂ ਹਨ, ਬਾਲਾ ਪ੍ਰੀਤਮ ਹਨ, ਉਹਨਾਂ ਦੇ ਵਿੱਚ ਕਿਹੜਾ ਐਸਾ ਗੁਣ ਹੈ ਕਿ ਉਹ ਗੁਰੂ ਬਣ ਕੇ ਬੈਠੇ ਹੋਏ ਹਨ ਅਤੇ ਉਹਨਾਂ ਵਿੱਚ ਧਾਰਮਿਕ ਗੁਣ ਕਿਹੜਾ ਹੈ ਜੀ। ਇਸ ਲਈ ਉਸ ਨੇ, ਔਰੰਗਜ਼ੇਬ ਬਾਦਸ਼ਾਹ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰਨੇ ਚਾਹੇ ਅਤੇ ਰਾਜਾ ਜੈ ਸਿੰਘ, ਜਿਹੜਾ ਕਿ ਦਿੱਲੀ ਦਾ ਉਸ ਵਕਤ ਰਾਜਾ ਸੀ, ਉਸ ਦੀ ਡਿਊਟੀ ਲਗਾਈ ਕਿ ਸੰਮਨ ਭੇਜ ਕੇ, ਦੂਤ ਭੇਜ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਬੁਲਵਾਇਆ ਜਾਵੇ ਅਤੇ ਮੈਂ ਉਹਨਾਂ ਨਾਲ ਗੱਲਬਾਤ ਕਰਨਾ ਚਾਹੁੰਦਾ ਹਾਂ, ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਅਤੇ ਰਾਜਾ ਜੈ ਸਿੰਘ ਨੇ ਜਦੋਂ ਆਪਣਾ ਪਰਸਰਾਮ ਇੱਕ ਦੂਤ ਭੇਜਿਆ ਕੁਝ ਸਿਪਾਹੀਆਂ ਦੇ ਨਾਲ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮੰਨ ਤਾਂ ਗਏ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ 2 ਗੱਲਾਂ ਕਹੀਆਂ, 2 ਸ਼ਰਤਾਂ ਰੱਖੀਆਂ ਕਿ ਅਸੀਂ ਦਿੱਲੀ ਆਵਾਂਗੇ ਜ਼ਰੂਰ, ਪਰ ਮੁਗਲ ਬਾਦਸ਼ਾਹ ਦੇ ਮੱਥੇ ਨਹੀਂ ਲੱਗਾਂਗੇ, ਔਰ ਦੂਸਰਾ, ਨਾ ਦਿੱਲੀ ਦੇ ਮੁਗਲ ਬਾਦਸ਼ਾਹ ਦੇ ਕੋਲ ਜਾਵਾਂਗੇ, ਅਸੀਂ ਰਹਾਂਗੇ ਅਤੇ ਰਾਜਾ ਜੈ ਸਿੰਘ ਦੇ ਬੰਗਲੇ ਦੇ ਵਿੱਚ ਰਵਾਂਗੇ ਜੀ। ਅਤੇ ਇਹ ਸ਼ਰਤਾਂ ਦੇ ਨਾਲ ਗੁਰੂ ਜੀ ਨੇ ਉੱਥੋਂ
ਚਾਲੇ ਪਾਏ, ਸੰਗਤ ਵੀ ਨਾਲ, ਮਾਤਾ ਜੀ ਵੀ ਨਾਲ, ਬਹੁਤ ਸਾਰੀਆਂ ਨਾਲ ਚੱਲ ਪਏ ਜੀ। ਸੰਗਤ ਕਾਫੀ ਸੀ, ਪਰ ਗੁਰੂ ਜੀ ਨੇ ਕਿਹਾ ਕੋਈ ਗੱਲ ਨਹੀਂ। ਜਦੋਂ ਉਹ ਪਹਿਲੇ ਦਿਨ ਚੱਲ ਕੇ ਪੰਜੋਖਰਾ ਸਾਹਿਬ ਦੇ ਨਾਮ 'ਤੇ ਪਹੁੰਚੇ, ਅੰਬਾਲਾ ਉੱਥੇ ਜਗ੍ਹਾ ਹੈ, ਅਤੇ ਪੰਜੋਖਰਾ ਸਾਹਿਬ ਇੱਕ ਬਹੁਤ ਹੀ ਵਿਦਵਾਨ ਰਹਿੰਦਾ ਸੀ ਜਿਸ ਦਾ ਨਾਮ ਲਾਲ ਚੰਦ ਸੀ। ਪੰਡਤ ਸੀ ਔਰ ਸੰਸਕ੍ਰਿਤ ਦਾ ਵਿਦਵਾਨ ਸੀ। ਵੇਦ ਔਰ ਸਿਮਰਤੀਆਂ ਸਭ ਉਸ ਨੂੰ ਯਾਦ ਸਨ, ਪਰ ਇਸ ਗਿਆਨ ਦੇ ਨਾਲ ਨਾਲ ਉਸ ਕੋਲ ਅਹੰਕਾਰ ਵੀ ਸੀ। ਅਹੰਕਾਰ ਹੈ ਜਿਹੜਾ, ਕਿਉਂਕਿ ਇਹ ਬਹੁਤ ਹੀ ਜ਼ਿਆਦਾ ਬੁਰੀ ਚੀਜ਼ ਹੁੰਦੀ ਹੈ। ਇੱਥੇ ਮੈਂ ਇਹ ਕਹਿ ਦੇਵਾਂ, ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਗੁਰਬਾਣੀ 'ਚ ਕੁਝ ਸ਼ਬਦ ਕਹੇ ਹੈ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਐ ਖਾਦ, ਪੜ੍ਹੀਐ ਜੇਤੈ ਬਰਸ ਬਰਸ, ਪੜ੍ਹੀਐ ਜੇਤੈ ਮਾਸ, ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਕਿਉਂਕਿ ਜਿਹੜਾ ਇਸ ਤਰ੍ਹਾਂ ਦੀ ਪੜ੍ਹਾਈ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਵੇਲੇ ਵੀ ਇੱਕ ਐਸਾ ਪੰਡਤ ਸੀ ਬ੍ਰਹਮਦੱਤ, ਜਿਸ ਨੂੰ ਬਹੁਤ ਜ਼ਿਆਦਾ ਗਿਆਨ ਸੀ, ਅਤੇ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਵੀ ਕਿਹਾ ਹੈ ਕਿ ਪੰਡਤ ਜੀ, ਐਸੇ ਗਿਆਨ ਦੀ ਗੱਲ ਨਹੀਂ, ਪਰਮਾਤਮਾ ਦੀ ਬਖਸ਼ਿਸ਼ ਹੋਵੇ ਅਤੇ ਗਿਆਨ ਕਿਸੇ ਨੂੰ ਵੀ ਹੋ ਸਕਦਾ। ਅਤੇ ਉਹ ਅੱਗੇ ਕਿਸ ਤਰ੍ਹਾਂ ਹੋਇਆ ਸਰ? ਅੱਗੇ ਇਸ ਤਰ੍ਹਾਂ ਹੋਇਆ ਕਿ ਜਦੋਂ ਇਹ ਹੰਕਾਰੀ ਪੰਡਤ ਲਾਲ ਚੰਦ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਕੋਲ ਪਹੁੰਚਿਆ, ਅਤੇ ਗੁਰੂ ਜੀ ਨੂੰ ਛੋਟੀ ਉਮਰ ਦੇਖ ਕੇ ਉਹਨਾਂ 'ਤੇ ਸ਼ੰਕਾ ਕੀਤਾ, ਅਤੇ ਉਸਨੇ ਗੁਰੂ ਜੀ ਨੂੰ ਇਹ ਸਵਾਲ ਕੀਤਾ ਕਿ ਜੇ ਤੁਸੀਂ ਵਾਕਈ ਹੀ ਗੁਰੂ ਹੋ, ਤਾਂ ਕਿਉਂ ਨਹੀਂ ਤੁਸੀਂ ਗੀਤਾ ਦੇ ਅਰਥ ਕਰ ਸਕਦੇ? ਅਤੇ ਗੁਰੂ ਜੀ ਨੇ ਕਿਹਾ ਇਹ ਕੋਈ ਵੱਡੀ ਗੱਲ ਨਹੀਂ, ਅਰਥ ਕਰ ਦਿਆਂਗੇ। ਕਹਿੰਦੇ ਇਹਦੇ ਨਾਲ ਨਾਲ ਤੁਸੀਂ ਸ਼ਲੋਕ ਵੀ ਸੁਣ ਲਿਓ। ਅਤੇ ਕਹਿੰਦੇ ਜੀ ਠੀਕ ਹੈ। ਲਾਲ ਚੰਦ ਪੰਡਤ ਨੇ ਕਿਹਾ ਕਿ ਠੀਕ ਹੈ, ਮੈਂ ਆਪ ਜੀ ਤੋਂ ਸ਼ਲੋਕ ਵੀ ਸੁਣਾਂਗਾ ਅਤੇ ਗੀਤਾ ਦੇ ਅਰਥ ਵੀ ਸੁਣਾਂਗਾ। ਗੁਰੂ ਜੀ ਨੇ ਕਿਹਾ ਕਿ ਅਸੀਂ ਨਹੀਂ ਕਰਾਂਗੇ, ਤੂੰ ਆਪਣਾ ਮਨਪਸੰਦ ਦਾ ਬੰਦਾ ਜਿੱਥੋਂ ਵੀ ਉਹ ਇਨਸਾਨ ਲਿਆਉਣਾ ਹੈ ਲਿਆ, ਅਸੀਂ ਉਹਦੇ ਤੋਂ ਕਰਵਾ ਦਿਆਂਗੇ। ਲਾਲ ਚੰਦ ਬੜਾ ਹੈਰਾਨ ਹੋਇਆ। ਲਾਲ ਚੰਦ ਉਸੇ ਵੇਲੇ ਗਿਆ ਔਰ ਇੱਕ ਛੱਜੂ ਝੀਵਰ ਨਾਮ ਦੇ ਆਦਮੀ ਨੂੰ, ਜੋ ਗੂੰਗਾ, ਬੋਲਾ ਅਤੇ ਬਹਿਰਾ ਸੀ, ਉਸ ਨੂੰ ਲੈ ਆਇਆ ਔਰ ਗੁਰੂ ਜੀ ਨੂੰ ਪਰਖਣ ਵਾਸਤੇ ਕਿ ਇਹਨਾਂ ਨੂੰ ਤਾਂ ਪਤਾ ਨਹੀਂ ਚੱਲਣਾ, ਨਾ ਇਹ ਬੋਲ ਸਕਦਾ ਨਾ ਇਹ ਸੁਣ ਸਕਦਾ, ਇਹਦੇ ਤੋਂ ਕੀ ਅਰਥ ਕਰਵਾਉਣਗੇ। ਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਕੋਲ ਜਦੋਂ ਲਿਆ ਕੇ ਉਸ ਨੂੰ ਬਿਠਾਇਆ ਛੱਜੂ ਚੀਵਰ ਨੂੰ, ਅਤੇ ਲਾਲ ਚੰਦ ਨੇ ਕਿਹਾ ਜੀ ਮੈਂ ਇਸ ਤੋਂ, ਤੁਸੀਂ ਇਹਦੇ ਤੋਂ ਗੀਤਾ ਦੇ ਅਰਥ ਕਰਵਾ ਦਿਓ। ਜਦੋਂ ਇੱਕ ਸ਼ਲੋਕ ਲਾਲ ਚੰਦ ਨੇ ਬੋਲਿਆ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕਿਹਾ ਰੁਕ ਜਾਓ। ਗੁਰੂ ਸਾਹਿਬ ਨੇ ਲਾਗੇ ਪਈ ਹੋਈ ਸੋਟੀ ਉਠਾਈ ਅਤੇ ਉਹ ਛੱਜੂ ਚੀਵਰ ਦੇ ਸਿਰ 'ਤੇ ਰੱਖੀ। ਰੱਖਦਿਆਂ ਸਾਰੀ ਛੱਜੂ ਚੀਵਰ ਬੋਲਣ ਵੀ ਲੱਗ ਪਿਆ, ਅਤੇ ਬੋਲਣ ਦੇ ਨਾਲ ਨਾਲ ਉਸਨੇ ਐਸੇ ਅਰਥ ਗੀਤਾ ਦੇ ਕੀਤੇ ਕਿ ਉਹ ਲਾਲ ਚੰਦ ਪੰਡਤ ਹੈਰਾਨ ਹੋ ਗਿਆ। ਅਤੇ ਉਸੇ ਵੇਲੇ ਉਹ ਉੱਠ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ 'ਚ ਪਿਆ। ਗੁਰੂ ਜੀ ਨੇ ਉੱਥੇ ਸਾਰੀ ਸੰਗਤ ਨੂੰ ਇਹ ਸਿੱਖਿਆ ਦਿੱਤੀ ਕਿ ਗਿਆਨ ਤਾਂ ਹੋਣਾ ਚਾਹੀਦਾ ਹੈ, ਪਰ ਅਹੰਕਾਰ ਨਹੀਂ ਹੋਣਾ ਚਾਹੀਦਾ। ਅਤੇ ਇਸ ਤਰ੍ਹਾਂ ਗੁਰੂ ਜੀ ਨੇ ਉੱਥੇ ਹੰਕਾਰ ਉਹਦਾ ਤੋੜਿਆ। ਅਤੇ ਉੱਥੋਂ ਫਿਰ ਅੱਗੇ ਦਿੱਲੀ ਨੂੰ ਚੱਲੇ। ਜਦੋਂ ਉਹ ਅੱਗੇ ਦਿੱਲੀ ਨੂੰ ਗਏ, ਪਰ ਜਾਣ ਤੋਂ ਪਹਿਲਾਂ ਉਹਨਾਂ ਨੇ ਲਾਲ ਚੰਦ ਨੂੰ ਉੱਥੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਉਹ ਹੈੱਡ ਬਣਾਇਆ, ਔਰ ਉਹਨਾਂ ਨੇ ਗੁਰੂ ਜੀ ਦੇ ਜਾਣ ਤੋਂ ਬਾਅਦ ਉੱਥੇ ਸਿੱਖੀ ਦਾ ਪ੍ਰਚਾਰ ਵੀ ਕੀਤਾ। ਹੁਣ ਇਸ ਤੋਂ ਅੱਗੇ ਆਉਂਦੀ ਹੈ ਗੱਲ, ਸਤਿਗੁਰੂ ਜੀ ਪਹੁੰਚਦੇ ਨੇ ਦਿੱਲੀ, ਔਰ ਦਿੱਲੀ ਦੇ ਵਿੱਚ ਜਾ ਕੇ ਸਤਿਗੁਰੂ ਜੀ ਪਹਿਲਾਂ ਰਾਜਾ ਜੈ ਸਿੰਘ ਦੇ ਬੰਗਲੇ ਦੇ ਵਿੱਚ ਰੁਕਦੇ ਹੈ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਹੈ। ਉਸ ਜਗ੍ਹਾ 'ਤੇ ਉਸ ਰਾਣੀ ਦਾ ਭਰਮ ਵੀ ਦੂਰ ਕਰਦੇ ਆ, ਜਿਹੜੀ ਕਹਿੰਦੀ ਸੀ ਕਿ ਸਤਿਗੁਰੂ ਪਛਾਣ ਲੈਣਗੇ, ਔਰ ਉਹਦੀ ਗੋਦ 'ਚ ਬੈਠ ਕੇ ਉਹਨੂੰ ਕਿਹਾ ਕਿ ਰਾਣੀ ਹੈ ਅਤੇ ਰਾਣੀ ਬਣ ਕੇ ਰਹਿ। ਪਰ ਇਹਦੋਂ ਬਾਅਦ ਦੇ ਵਿੱਚ ਉਸ ਜਗ੍ਹਾ 'ਤੇ ਜੋ ਔਰੰਗਜ਼ੇਬ ਦੇ ਕੋਲ ਜਾਣ ਤੋਂ ਸਤਿਗੁਰਾਂ ਨੇ ਮਨ੍ਹਾ ਵੀ ਕੀਤਾ। ਅਤੇ ਫਿਰ ਉੱਥੇ ਇਹਦੋਂ ਅੱਗੇ ਜਿਹੜੀਆਂ ਚੀਜ਼ਾਂ ਹੋਰ ਆਉਂਦੀਆਂ ਨੇ, ਦਿੱਲੀ 'ਚ ਸਤਿਗੁਰਾਂ ਪ੍ਰਚਾਰ ਵੀ ਕੀਤਾ, ਕਿਉਂਕਿ ਦਿੱਲੀ ਇੱਕ ਉਹ ਸ਼ਹਿਰ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਚਰਨ ਪਾਏ, ਔਰ ਉਸ ਤੋਂ ਬਾਅਦ ਦਿੱਲੀ ਸ਼ਹਿਰ ਦੇ ਵਿੱਚ ਜਿਹੜੇ ਉਹ ਛੇਵੇਂ ਪਾਤਸ਼ਾਹ ਜੀ ਦੇ ਵੀ ਚਰਨ ਪਏ ਆ। ਔਰ ਇਹ ਸਾਰਾ ਜਿਹੜਾ ਦਿੱਲੀ ਦੇ ਵਿੱਚ ਸਤਿਗੁਰਾਂ ਨੇ ਜੋ ਪ੍ਰਚਾਰ ਕੀਤਾ, ਉਹ ਸਾਰੀਆਂ ਚੀਜ਼ਾਂ ਵੀ ਸੰਗਤਾਂ ਦੱਸੋ। ਬਿਲਕੁਲ ਜੀ ਵੀਰ ਗੁਰਵੇਲ ਸਿੰਘ ਜੀ, ਦਰਸ਼ਕਾਂ ਨੂੰ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਜਿਹੜਾ ਸਿੱਖੀ ਦਾ ਪ੍ਰਚਾਰ ਦਾ ਕੇਂਦਰ ਸੀ, ਉਹ ਕਰਤਾਰਪੁਰ ਸੀ। ਗੁਰੂ ਅੰਗਦ ਸਾਹਿਬ ਜੀ ਦੇ ਵੇਲੇ ਖਡੂਰ ਸਾਹਿਬ ਬਣਿਆ। ਗੁਰੂ ਅਮਰਦਾਸ ਜੀ ਦੇ ਵੇਲੇ ਗੋਇੰਦਵਾਲ ਸਾਹਿਬ ਸਿੱਖੀ ਦਾ ਪ੍ਰਚਾਰ ਦਾ ਧੁਰਾ ਬਣਿਆ। ਗੁਰੂ ਰਾਮਦਾਸ ਔਰ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਅੰਮ੍ਰਿਤਸਰ ਜਿਹੜਾ ਸੀ ਸ਼ਹਿਰ, ਉਹ ਸਿੱਖੀ ਦਾ ਕੇਂਦਰ ਬਣਿਆ। ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਗੁਰੂ ਹਰਰਾਏ ਸਾਹਿਬ ਜੀ ਦੇ ਵੇਲੇ ਕੀਰਤਪੁਰ ਸਾਹਿਬ ਬਣਿਆ। ਪਰ ਪਹਿਲੀ ਵਾਰ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪੰਜਾਬ ਤੋਂ ਬਾਹਰ ਦਿੱਲੀ ਗਏ, ਅਤੇ ਸੰਗਤਾਂ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਇੰਨੀ ਪ੍ਰਸ਼ੰਸਾ ਹੋਈ, ਗੁਰੂ ਸਾਹਿਬਾਂ ਜੀ ਦਾ ਪ੍ਰਭਾਵ ਇਹਨਾਂ ਲੋਕਾਂ ਨੇ ਕਬੂਲਿਆ ਕਿ ਦਿੱਲੀ ਸ਼ਹਿਰ ਉਸ ਵਕਤ ਸਿੱਖੀ ਦਾ
ਧੁਰਾ ਬਣ ਗਿਆ ਸੀ। ਜੀ। ਜਦੋਂ ਰਾਜਾ ਜੈ ਸਿੰਘ ਦੇ ਮਹਿਲ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਹੁੰਚਦੇ ਹਨ ਅਤੇ ਰਾਜਾ ਜੈ ਸਿੰਘ, ਜਿਸ ਦੇ ਵਿੱਚ ਉਹਦਾ ਪਰਿਵਾਰ ਵੀ ਸੀ, ਉਹਦਾ ਪੁੱਤਰ ਰਾਮ ਸਿੰਘ, ਉਹਦੀਆਂ 3-4 ਰਾਣੀਆਂ ਸਨ, ਉਹਨਾਂ ਦੇ ਨਾਮ ਵੀ ਜ਼ਰੂਰ ਦੱਸਾਂਗਾ, ਆਨੰਦ ਕੌਰ, ਰਾਣੀ ਜੋਧੀ, ਰਾਜ ਕੌਰ। ਇਹ ਰਾਣੀਆਂ ਨੇ ਗੁਰੂ ਜੀ ਦਾ ਬੜੇ ਸਤਿਕਾਰ ਕੀਤਾ ਅਤੇ ਗੁਰੂ ਜੀ ਦਾ ਰਹਿਣ ਦਾ ਪ੍ਰਬੰਧ ਜਿਹੜਾ ਆਪਣੇ ਬੰਗਲੇ ਦੇ ਵਿੱਚ ਕੀਤਾ। ਜੀ। ਜਿੱਥੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਹੈ, ਗੁਰੂ ਸਾਹਿਬ ਇੱਥੇ ਹੀ ਰਹੇ, ਇਹਨਾਂ ਦਾ ਖਾਣਾ ਪੀਣਾ ਦਾ ਪ੍ਰਬੰਧ ਇੱਥੇ ਹੀ ਕੀਤਾ ਗਿਆ। ਔਰ ਜਿਹੜੀ ਪਟਰਾਣੀ ਸੀ ਰਾਜਾ ਜੈ ਸਿੰਘ ਦੀ, ਆਨੰਦ ਕੌਰ, ਉਸ ਦੇ ਮਨ 'ਚ ਸ਼ੰਕਾ ਆਈ ਕਿ 5 ਸਾਲ ਦਾ ਗੁਰੂ ਵਾਕਈ ਗੁਰੂ ਹੋ ਸਕਦਾ ਹੈ। ਅਤੇ ਉਸਨੇ ਅਗਲੇ ਦਿਨ ਕੀ ਕੀਤਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਬਾਰ ਆਉਣ ਤੋਂ ਪਹਿਲਾਂ ਹੀ ਖੁਦ ਦਾਸੀਆਂ ਵਾਲੇ ਕੱਪੜੇ ਪਾ ਕੇ ਦਾਸੀਆਂ ਵਿੱਚ ਬੈਠ ਗਈ ਅਤੇ ਇੱਕ ਦਾਸੀ ਨੂੰ ਰਾਣੀ ਦੇ ਕੱਪੜੇ ਪਵਾ ਕੇ ਆਪਣੀ ਜਗ੍ਹਾ 'ਤੇ ਬਿਠਾ ਦਿੱਤਾ। ਅਤੇ ਮਨ 'ਚ ਇਹ ਸੋਚਿਆ ਕਿ ਮੈਂ ਗੁਰੂ ਨੂੰ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ, ਬਾਲਾ ਪ੍ਰੀਤਮ ਨੂੰ ਗੁਰੂ ਮੰਨਾਂਗੀ ਜੇ ਉਹ ਗੁਰੂ ਸਾਹਿਬ ਮੈਨੂੰ ਪਛਾਣ ਲੈਣ ਅਤੇ ਮੇਰੀ ਗੋਦ ਵਿੱਚ ਬੈਠ ਕੇ ਮੈਨੂੰ ਰਾਣੀ ਮਾਂ ਕਹਿਣ। ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਅਗਲੇ ਦਿਨ ਦਰਬਾਰ ਲੱਗਿਆ, ਪਹੁੰਚੇ, ਅਤੇ ਹੋਇਆ ਇਹ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਭ ਤੋਂ ਪਹਿਲਾਂ ਦਾਸੀਆਂ ਵਾਲੀ ਸਾਈਡ ਗਏ ਅਤੇ ਦਾਸੀਆਂ ਵਾਲੀ ਸਾਈਡ ਜਾ ਕੇ ਉਹਨਾਂ ਨੇ ਰਾਣੀ ਨੂੰ ਪਹਿਚਾਨਿਆ ਅਤੇ ਉਹਦੀ ਗੋਦ ਵਿੱਚ ਬੈਠ ਕੇ ਕਿਹਾ ਕਿ ਰਾਣੀ ਮਾਂ ਆਪਣੀ ਜਗ੍ਹਾ 'ਤੇ ਜਾ ਕੇ ਬੈਠੋ। ਜਦੋਂ ਇਹ ਗੱਲ ਭਾਣਾ ਵਰਤਿਆ, ਰਾਣੀ ਬਹੁਤ ਹੈਰਾਨ ਹੋਈ ਅਤੇ ਰਾਣੀ ਦੇ ਹੈਰਾਨ ਹੋਣ 'ਤੇ ਉਸ ਦੇ ਸਾਰੇ ਸ਼ੰਕੇ, ਰਾਜਾ ਦੇ, ਉਹ ਰਾਣੀਆਂ ਦੇ, ਉੱਥੋਂ ਦੇ ਮਹਿਲਾਂ ਦੇ ਸਾਰੇ ਸਿਪਾਹੀਆਂ ਦੇ ਸ਼ੰਕੇ ਸੀ, ਉਹ ਦੂਰ ਹੋ ਗਏ। ਜੀ। ਅਤੇ ਹੁਣ ਇਸ ਤੋਂ ਅਗਲੀ ਜਿਹੜੀ ਵਿਚਾਰ ਆਉਂਦੀ ਹੈ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਤਿਗੁਰੂ ਜੀ ਦਿੱਲੀ ਗਏ, ਉਹਨਾਂ ਨੇ ਕਿਸ ਤਰੀਕੇ ਦੇ ਨਾਲ ਉੱਥੇ ਜਾ ਕੇ ਸੀ ਜਿਹੜਾ ਉਹ ਸ਼ੰਕੇ ਦੂਰ ਕੀਤੇ। ਹੁਣ ਸਤਿਗੁਰਾਂ ਦੇ ਅੰਤਮ ਸਮੇਂ ਦੀ ਵੀ ਗੱਲ ਕਰਨੀ ਬਣਦੀ ਹੈ, ਜਦ ਸਤਿਗੁਰੂ ਜੀ ਜੋਤੀ ਜੋਤ ਸਮਾਉਂਦੇ ਹੈ, ਅਤੇ ਇਹ ਜੋਤੀ ਜੋਤ ਸਮਾਉਣ ਵਾਲੀਆਂ ਸਾਰੀ ਜਿਹੜੀਆਂ ਘਟਨਾਵਾਂ ਨੇ ਉਹ ਦਿੱਲੀ 'ਚ ਕਿਸ ਤਰ੍ਹਾਂ ਹੁੰਦੀਆਂ, ਕਿਉਂਕਿ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਵੈਸੇ ਤਾਂ ਸਤਿਗੁਰਾਂ ਦੀਆਂ ਵਿਚਾਰਾਂ ਜਿੰਨੀਆਂ ਵੀ ਸੁਣ ਲਈਆਂ ਜਾਣ, ਸਮਝ ਲਈਆਂ ਜਾਣ, ਓਨਾ ਹੀ ਥੋੜ੍ਹਾ ਹੈ, ਕਿਉਂਕਿ ਗੁਰੂ ਸਾਹਿਬਾਂ ਦੀ ਵਿਚਾਰ ਅਸੀਂ ਕੀ ਕਰ ਸਕਦੇ ਹਾਂ। ਗੁਰਬਾਣੀ ਕਹਿੰਦੀ ਹੈ, ਤੇਰਾ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਸਤਿਗੁਰਾਂ ਦੇ ਅਸੀਂ ਗੁਣ ਬਿਆਨ ਨਹੀਂ ਕਰ ਸਕਦੇ, ਪਰੰਤੂ ਫਿਰ ਵੀ ਸਮੇਂ ਦੇ ਬੰਦਿਸ਼ ਦੇ ਵਿੱਚ ਅਸੀਂ ਬੱਝੇ ਹੋਏ ਹਾਂ। ਅਤੇ ਸੰਖੇਪ ਵਿੱਚ ਸਤਿਗੁਰਾਂ ਦੇ ਜੋ ਜੀਵਨ ਦਾ ਅੰਤਮ ਸਮਾਂ, ਉਹਨਾਂ ਦੇ ਜੋਤੀ ਜੋਤ ਸਮਾਉਣ ਦਾ, ਉਹ ਵੀ ਸੰਗਤਾਂ ਦੇ ਨਾਲ ਦੱਸੋ। ਬਿਲਕੁਲ ਜੀ। ਗੁਰੂ ਹਰਕ੍ਰਿਸ਼ਨ ਸਾਹਿਬ ਜਦੋਂ ਦਿੱਲੀ 'ਚ ਪਹੁੰਚਦੇ ਨੇ ਅਤੇ ਉਸ ਵਕਤ ਗੁਰੂ ਜੀ ਨੇ ਆਪਣਾ ਉਹੀ ਰੋਜ਼ਾਨਾ ਦਾ ਰੂਟੀਨ ਰੱਖਿਆ, ਜੋ ਰੂਟੀਨ ਉਹਨਾਂ ਦਾ ਕੀਰਤਪੁਰ ਸਾਹਿਬ ਸੀ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਨਿਤਨੇਮ ਕਰਕੇ, ਬਾਣੀ ਪੜ੍ਹ ਕੇ, ਸਿਮਰਨ ਕਰਕੇ ਸੰਗਤਾਂ ਦੇ ਨਾਲ ਜੁੜਨਾ, ਸੰਗਤਾਂ ਨੂੰ ਉਪਦੇਸ਼ ਦੇਣਾ। ਔਰ ਸੰਗਤਾਂ ਉੱਥੋਂ ਇੰਨੀਆਂ ਗੁਰੂ ਸਾਹਿਬਾਂ ਦੇ ਨਾਲ ਜੁੜ ਗਈਆਂ ਕਿਉਂਕਿ ਗੁਰੂ ਜੀ ਦੇ ਮੁੱਖ ਤੋਂ ਜਿਹੜੇ ਨਿਕਲਦੇ ਉਪਦੇਸ਼ ਸਨ, ਜਿਹੜੀਆਂ ਸਿੱਖਿਆਵਾਂ ਸਨ, ਉਹਨਾਂ ਦਾ ਅਸਰ ਬਹੁਤ ਜ਼ਿਆਦਾ ਹੋ ਰਿਹਾ ਸੀ। ਔਰ ਛੋਟੇ ਰੂਪ ਵਿੱਚ, ਬਾਲ ਰੂਪ 'ਚ ਗੁਰੂ ਨੂੰ ਦੇਖ ਕੇ ਦਿੱਲੀ ਦੀਆਂ ਸੰਗਤਾਂ ਦਾ ਪਿਆਰ, ਪ੍ਰੇਮ ਹੋਰ ਵੀ ਉਮੜ ਆਇਆ ਔਰ ਜ਼ਿਆਦਾ ਤੋਂ ਜ਼ਿਆਦਾ ਸੰਗਤਾਂ ਜੁੜਨ ਲੱਗੀਆਂ। ਹੋਇਆ ਇਹ ਕਿ ਕੁਝ ਸਮੇਂ ਬਾਅਦ ਦਿੱਲੀ ਦੇ ਵਿੱਚ ਇੱਕ ਚੇਚਕ ਨਾਮ ਦੀ ਬਿਮਾਰੀ ਫੈਲੀ ਔਰ ਉਹ ਬਿਮਾਰੀ ਇੰਨੀ ਜ਼ਿਆਦਾ ਵੱਧ ਗਈ ਕਿ ਲੋਕਾਂ ਨੂੰ, ਕਈਆਂ ਨੂੰ ਤੇ ਨੇਤਰਹੀਨ ਕਰ ਦਿੱਤਾ, ਕਈ ਬਦਸੂਰਤ ਹੋ ਗਏ, ਕਈ ਲੂਲੇ ਲੰਗੜੇ ਬਣ ਗਏ। ਗੁਰੂ ਸਾਹਿਬਾਂ ਨੇ, ਕਿਉਂਕਿ ਆਪਣੇ ਪਿਤਾ ਗੁਰੂ ਹਰਰਾਏ ਸਾਹਿਬ ਜੀ ਤੋਂ ਦਵਾਖਾਨਾ ਕਿਵੇਂ ਚੱਲਦਾ ਹੈ, ਦੇਸੀ ਦਵਾਈਆਂ ਬਾਰੇ ਸਾਰੀ ਜਾਣਕਾਰੀ ਲਈ ਹੋਈ ਸੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਸਿੱਖਾਂ ਦੇ ਨਾਲ ਦਿੱਲੀ ਦੀਆਂ ਬਸਤੀਆਂ ਦੇ ਵਿੱਚ ਜਾ ਜਾ ਕੇ ਰੋਗੀਆਂ ਦਾ ਇਲਾਜ ਕਰਨਾ ਸ਼ੁਰੂ ਕੀਤਾ। ਹਾਲਾਂਕਿ ਰਾਜਾ ਜੈ ਸਿੰਘ ਵੱਲੋਂ ਵੀ ਸਿਪਾਹੀ ਜਾਂਦੇ ਸਨ, ਪਰ ਗੁਰੂ ਹਰਕ੍ਰਿਸ਼ਨ ਸਾਹਿਬ, ਕਿਉਂਕਿ ਗੁਰੂਆਂ ਦੇ ਵਿੱਚ ਇਹ ਸ਼ੁਰੂ ਤੋਂ ਹੀ ਇਹ ਰੀਤ ਰਹੀ ਹੈ ਕਿ ਜਿਹੜਾ ਜਨ ਸੇਵਾ ਹੈ, ਇਨਸਾਨਾਂ ਦੀ ਜਿਹੜੀ ਸੇਵਾ ਹੈ, ਉਸ ਨੂੰ ਪਹਿਲ ਦਿੱਤੀ ਹੈ, ਕਿਉਂਕਿ ਇਨਸਾਨਾਂ ਦੇ ਵਿੱਚ, ਮਨੁੱਖਾਂ ਦੇ ਵਿੱਚ ਹੀ ਪ੍ਰਭੂ ਪਰਮਾਤਮਾ ਵਸਦਾ ਹੈ। ਅਤੇ ਜੇ ਅਸੀਂ ਮਨੁੱਖਾਂ ਦੀ ਸੇਵਾ ਕਰਾਂਗੇ ਤਾਂ ਪਰਮਾਤਮਾ ਖੁਸ਼ ਹੋਏਗਾ। ਅਤੇ ਗੁਰੂ ਸਾਹਿਬਾਂ ਨੇ ਉਹਨਾਂ ਰੋਗੀਆਂ ਦੀ ਬਸਤੀਆਂ ਦੇ ਵਿੱਚ ਜਾ ਜਾ ਕੇ ਉਹਨਾਂ ਦੀ ਦੇਖਭਾਲ ਕੀਤੀ, ਖੁਦ ਮਰਮ ਪੱਟੀ ਕੀਤੀ ਔਰ ਗੁਰੂ ਜੀ ਨੇ ਖੁਦ ਦਵਾਖਾਨਾ ਉੱਥੇ ਚਲਾਇਆ। ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਪਈ ਰਾਜਾ ਜੈ ਸਿੰਘ ਤੋਂ ਮੰਗਵਾਈਆਂ ਅਤੇ ਗੁਰੂ ਜੀ ਨੇ ਤਨ ਮਨ ਧਨ ਨਾਲ ਦਿੱਲੀ ਦੇ ਸ਼ਹਿਰ ਦੇ ਵਿੱਚ ਰਹਿ ਕੇ ਖੁਦ ਆਪ ਗਲੀਆਂ ਵਿੱਚ, ਬਸਤੀਆਂ ਵਿੱਚ ਜਾ ਜਾ ਕੇ ਰੋਗੀਆਂ ਦਾ ਇਲਾਜ ਕਰਵਾਇਆ। ਇੱਥੋਂ ਤੱਕ ਕਿ ਮਰਮ ਪੱਟੀਆਂ ਵੀ ਕੀਤੀਆਂ ਅਤੇ
ਇੱਥੋਂ ਤੱਕ ਕਿ ਗੁਰੂ ਸਾਹਿਬਾਂ ਨੇ ਜਿਹੜਾ ਬਸਤੀਆਂ ਦੇ ਵਿੱਚ ਗੰਦਗੀ ਸੀ ਉਸ ਨੂੰ ਵੀ ਸਾਫ਼ ਕਰਵਾਇਆ, ਕਿਉਂਕਿ ਚੇਚਕ ਜਿਹੜੀ ਬਿਮਾਰੀ ਹੈ ਇਹ ਉਸ ਵਕਤ ਕਿਹਾ ਜਾਂਦਾ ਸੀ ਗੰਦਗੀ ਦੇ ਨਾਲ ਵੀ ਫੈਲਦੀ ਹੈ। ਸੋ ਗੁਰੂ ਸਾਹਿਬਾਂ ਨੇ ਰਹਿਣ ਸਹਿਣ ਦੇ ਤਰੀਕੇ ਦੇ ਨਾਲ ਨਾਲ ਮਨ ਦੇ ਰੋਗਾਂ ਦੇ ਨਾਲ ਨਾਲ ਗੁਰੂ ਸਾਹਿਬਾਂ ਨੇ ਦਿੱਲੀ ਵਿੱਚ ਤਨ ਦੇ ਰੋਗ ਵੀ ਦੂਰ ਕੀਤੇ। ਅਤੇ ਹੋਇਆ ਇਹ ਕਿ ਅਖੀਰ ਦੇ ਵਕਤ ਜਦੋਂ ਗੁਰੂ ਸਾਹਿਬ ਬਿਨਾਂ ਥਕਾਵਟ ਦੇ ਬਿਨਾਂ ਆਰਾਮ ਦੇ ਲਗਾਤਾਰ ਦਿੱਲੀ ਦੇ ਲੋਕਾਂ ਦੀ ਸੇਵਾ ਕਰਦੇ ਰਹੇ ਅਤੇ ਅਖੀਰ ਗੁਰੂ ਸਾਹਿਬਾਂ ਨੂੰ ਬੁਖਾਰ ਹੋ ਗਿਆ। ਜੀ ਕਾਫੀ ਸਖਤ ਬੁਖਾਰ ਦੇ ਵਿੱਚ ਵੀ ਸਿੱਖਾਂ ਦੇ ਕਹਿਣ ਦੇ ਬਾਵਜੂਦ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਿੱਛੇ ਨਹੀਂ ਹੋਏ ਅਤੇ ਉਹਨਾਂ ਨੇ ਲੋਕਾਂ ਦੀ ਜਾ ਕੇ ਸੇਵਾ ਕੀਤੀ। ਜੋ ਅੱਜ ਬਿਮਾਰੀ ਕਰੋਨਾ ਦੀ ਚੱਲ ਰਹੀ ਹੈ, ਜੋ ਸਿੱਖ ਸਾਡੇ ਅੱਜ ਸੇਵਾ ਕਰ ਰਹੇ ਹਨ, ਮੈਂ ਇਹ ਇੱਥੇ ਗੱਲ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਕਿ ਇਹ ਸਾਰੀ ਸੇਵਾ ਅਤੇ ਸਿਮਰਨ ਦੀ ਜੋ ਗੁੜਤੀ ਸਿੱਖਾਂ ਦੇ ਵਿੱਚ ਹੈ ਗੁਰੂਆਂ ਵੱਲੋਂ ਹੀ ਭਰੀ ਗਈ ਹੈ। ਅਤੇ ਅੱਜ ਵੀ ਜਿੱਥੇ ਜਿੱਥੇ ਸਿੱਖ ਸੇਵਾਵਾਂ ਕਰ ਰਹੇ ਨੇ ਇਹ ਗੁਰੂ ਦੀਆਂ ਬਖਸ਼ਾਂ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀਆਂ 10 ਗੁਰੂ ਸਾਹਿਬਾਂ ਦੀਆਂ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਖਸ਼ਾਂ ਸਦਕਾ ਹੀ ਕਰ ਰਹੇ ਹਨ। ਅਤੇ 5 ਦਿਨ ਬੁਖਾਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਰਿਹਾ, ਪਰ ਇਹਨਾਂ 5 ਦਿਨਾਂ ਵਿੱਚ ਵੀ 3 ਦਿਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਾਲਕੀ ਦੇ ਵਿੱਚ ਬੈਠ ਕੇ ਦਿੱਲੀ ਦੀ ਬਸਤੀਆਂ ਦੇ ਵਿੱਚ ਜਿੱਥੇ ਗਰੀਬ ਲੋਕ ਰਹਿੰਦੇ ਸਨ, ਜ਼ਰੂਰਤਮੰਦ ਲੋਕ ਰਹਿੰਦੇ ਸਨ, ਉੱਥੇ ਜਾ ਕੇ ਸੇਵਾਵਾਂ ਕੀਤੀਆਂ। ਚੌਥੇ ਅਤੇ 5ਵੇਂ ਦਿਨ ਗੁਰੂ ਜੀ ਕੋਲ ਸੇਵਾ ਨਹੀਂ ਹੋਈ। ਔਰ 29 ਮਾਰਚ 1664 ਨੂੰ ਗੁਰੂ ਜੀ ਨੂੰ ਜਦੋਂ ਇਹ ਪਤਾ ਚੱਲ ਗਿਆ ਕਿ ਮੇਰਾ ਅੰਤਿਮ ਸਮਾਂ ਆ ਗਿਆ, ਅਤੇ ਗੁਰੂ ਸਾਹਿਬਾਂ ਨੇ ਇੱਕ ਖਾਸ ਦੀਵਾਨ ਲਗਵਾਇਆ। ਦੀਵਾਨ ਲਗਵਾ ਕੇ ਕੀਰਤਨ ਹੋਇਆ, ਕਥਾ ਵਿਚਾਰਾਂ ਹੋਈਆਂ, ਦੇਗ ਵੰਡੀ ਗਈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਤਪਦੇ ਬੁਖਾਰ ਦੇ ਵਿੱਚ ਸਿੱਖ ਸੰਗਤਾਂ, ਜਿਹੜੀਆਂ ਸੰਗਤਾਂ ਆਈਆਂ ਸਨ, ਗਰੀਬ ਲੋਕ ਸਨ, ਜਿਹੜੇ ਜ਼ਰੂਰਤਮੰਦ ਲੋਕ ਸਨ, ਉਹਨਾਂ ਨੂੰ ਆਪਣੇ ਹੱਥੀਂ ਰਸਦਾਂ ਵੰਡੀਆਂ, ਬਖਸ਼ੀਆਂ ਵੰਡੀਆਂ, ਪਰ ਗੁਰੂ ਸਾਹਿਬ ਆਪ ਸ਼ਾਂਤ ਅਤੇ ਅਡੋਲ ਸਨ। ਅਖੀਰ 30 ਮਾਰਚ 1664 ਨੂੰ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਉਂਦੇ ਹਨ। ਪਰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜੋ ਆਸ-ਪਾਸ ਦੇ ਸਿੱਖ ਸਨ ਉਹਨਾਂ ਨੇ ਪੁੱਛਿਆ, ਗੁਰੂ ਜੀ ਤੁਸੀਂ ਸਾਡੀ ਬਾਂਹ ਕਿਸ ਦੇ ਹੱਥ ਫੜਾ ਚੱਲੇ ਹੋ? ਅਗਲੇ 9ਵੇਂ ਗੁਰੂ ਕੌਣ ਹੋਣਗੇ? ਅਗਲੇ ਨਾਨਕ ਕੌਣ ਹੋਣਗੇ? ਅਤੇ ਗੁਰੂ ਸਾਹਿਬਾਂ ਨੇ 5 ਪੈਸੇ ਅਤੇ ਨਾਰੀਅਲ ਮੰਗਵਾ ਕੇ ਅਤੇ ਹੱਥ ਨਾਲ ਇਸ਼ਾਰਾ ਕਰਕੇ ਇਹ ਕਿਹਾ ਸੀ ਬਾਬਾ ਬਕਾਲਾ। ਅਤੇ ਬਾਬਾ ਬਕਾਲਾ ਮਤਲਬ ਬਾਬਾ ਦਾਦਾ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਰਿਸ਼ਤੇ 'ਚ ਲੱਗਦੇ ਸਨ, ਅਤੇ ਬਕਾਲਾ ਜਗ੍ਹਾ ਦਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਇਸ਼ਾਰਾ ਕੀਤਾ। ਅਤੇ ਉੱਥੇ ਗੁਰੂ ਸਾਹਿਬਾਂ ਨੇ ਆਪਣੇ ਜਿਹੜੇ ਅੰਤਿਮ ਸਮਾਂ ਜਿਹੜਾ ਉੱਥੇ ਬਿਤਾਇਆ। ਉੱਥੇ ਅੱਜ ਕੱਲ੍ਹ ਗੁਰਦੁਆਰਾ ਬਣਿਆ ਹੋਇਆ ਗੁਰਦੁਆਰਾ ਬਾਲਾ ਸਾਹਿਬ, ਉੱਥੇ ਸੰਸਕਾਰ ਹੋਇਆ ਗੁਰੂ ਸਾਹਿਬਾਂ ਦਾ। ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਦਿੱਲੀ ਦੇ ਵਿੱਚ ਇੰਨੀ ਜ਼ਿਆਦਾ ਮਾਨਤਾ ਹੈ ਕਿ ਲੋਕ ਉੱਥੋਂ ਰੋਗ ਤਨ ਦੇ ਅਤੇ ਮਨ ਦੇ ਦੂਰ ਕਰਦੇ ਹਨ। ਔਰ ਇਹੀ ਸਿੱਖਿਆ ਸਾਨੂੰ ਗੁਰੂ ਜੀ ਦੇ ਜੀਵਨ ਤੋਂ ਵੀ ਇਹ ਮਿਲਦੀ ਹੈ ਕਿ ਸਾਨੂੰ ਵੀ ਤਨ ਮਨ ਧਨ ਨਾਲ ਬਿਨਾਂ ਭੇਦਭਾਵ ਦੇ ਜ਼ਰੂਰਤਮੰਦ ਲੋਕਾਂ ਦੀ, ਗਰੀਬਾਂ ਦੀ, ਅਨਾਥਾਂ ਦੀ ਮਦਦ ਕਰਨੀ ਚਾਹੀਦੀ ਹੈ। ਜਦੋਂ ਅਸੀਂ ਸੇਵਾ ਕਰਦੇ ਹਾਂ ਤਾਂ ਸਾਡੇ 'ਚੋਂ ਨਿਮਰਤਾ ਆਉਂਦੀ ਹੈ, ਗੁਰੂ ਦੀ ਬਖਸ਼ਿਸ਼, ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਅਤੇ ਇਹ ਬਖਸ਼ਿਸ਼ ਲੈਣ ਲਈ ਸਾਨੂੰ ਹਮੇਸ਼ਾ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ। ਇਹ ਸੀ ਸਾਡੀ ਵਿਚਾਰਾਂ ਦੀ ਸਾਂਝ ਸਰਦਾਰ ਹਰਪ੍ਰੀਤ ਸਿੰਘ ਜੀ ਦੇ ਨਾਲ। ਔਰ ਸਾਧ ਸੰਗਤ ਜੀ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਆਪ ਜੀ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਜੀਵਨ 'ਤੇ ਬਹੁਤ ਸਾਰੇ ਡੂੰਘਾਈ ਦੇ ਵਿੱਚ ਬੜੇ ਵਿਸਥਾਰ ਸਹਿਤ ਇਹ ਵਿਚਾਰਾਂ ਸਰਵਣ ਕੀਤੀਆਂ ਹੋਣਗੀਆਂ। ਔਰ ਮੈਂ ਇਹ ਆਪ ਜੀ ਨੂੰ ਗੁਜ਼ਾਰਿਸ਼ ਵੀ ਕਰਾਂਗਾ ਕਿ ਵੀਰ ਹਰਪ੍ਰੀਤ ਸਿੰਘ ਜੀ ਸਾਡੇ ਨਾਲ ਇਸੇ ਤਰ੍ਹਾਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਆਉਂਦੇ ਰਹਿਣਗੇ, ਅਤੇ ਬਾਕੀ ਗੁਰੂ ਸਾਹਿਬਾਨ ਦੇ ਜੀਵਨ 'ਤੇ ਵੀ ਇਹ ਲੜੀ ਸਾਡੀ ਵਿਚਾਰਾਂ ਦੀ ਨਿਰੰਤਰ ਜਾਰੀ ਰਹੇਗੀ। ਆਪਾਂ ਵੱਧ ਤੋਂ ਵੱਧ ਗੁਰਬਾਣੀ ਦਾ ਪ੍ਰਚਾਰ ਕਰਨਾ ਹੈ, ਗੁਰ ਇਤਿਹਾਸ ਨੂੰ ਅਸੀਂ ਜਨ ਜਨ ਤੱਕ ਪਹੁੰਚਾਉਣਾ ਹੈ। ਇਸ ਲਈ ਮੇਰੀ ਆਪ ਜੀ ਨੂੰ ਇਹ ਵੀ ਗੁਜ਼ਾਰਿਸ਼ ਰਹੇਗੀ ਕਿ ਤੁਸੀਂ YouTube 'ਤੇ ਜੇਕਰ ਇਹ ਵੀਡੀਓ ਦੇਖ ਰਹੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ WhatsApp, ਫੇਸਬੁੱਕ ਜਾਂ ਹੋਰ ਜੋ ਸੋਸ਼ਲ ਮੀਡੀਆਜ਼ ਹੈ ਉਹਨਾਂ ਰਾਹੀਂ ਇਹ ਵੀਡੀਓ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਤੱਕ ਵੀ ਤੁਸੀਂ ਪਹੁੰਚਾ ਸਕਦੇ ਹੋ, ਤਾਂ ਕਿ ਉਹ ਵੀ ਗੁਰ ਇਤਿਹਾਸ ਤੋਂ ਜਾਣੂ ਹੋਣ। ਔਰ ਫੇਸਬੁੱਕ 'ਤੇ ਵੀ ਜੇਕਰ ਤੁਸੀਂ ਦੇਖ ਰਹੇ ਹੋ ਤਾਂ ਫੇਸਬੁੱਕ 'ਤੇ ਵੀ ਇਹਨੂੰ ਸ਼ੇਅਰ ਵੀ ਕਰੋ। ਚੈਨਲ ਨੂੰ ਜੋ ਪੇਜ ਹੈ ਫੇਸਬੁੱਕ 'ਤੇ ਸਾਡਾ, ਉਸ ਨੂੰ ਤੁਸੀਂ ਫੋਲੋ ਵੀ ਕਰੋ, ਲਾਈਕ ਵੀ ਕਰੋ, ਵੀਡੀਓ 'ਤੇ ਕਮੈਂਟਸ ਵੀ ਕਰੋ, ਔਰ ਸਾਨੂੰ ਇਹ ਦੱਸੋ ਕਿ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ, ਔਰ ਅੱਗੇ ਤੁਸੀਂ ਹੋਰ ਕਿਸ ਕਿਸ ਵਿਸ਼ੇ 'ਤੇ ਜਿਹੜਾ ਹੈ ਉਹ ਵਿਚਾਰਾਂ ਦੀ ਸਾਂਝ ਚਾਹੁੰਦੇ ਹੋ। ਵੀਰ ਜੀ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਏ, ਆ ਕੇ ਸਾਂਝ ਪਾਈ, ਅੱਗੇ ਤੋਂ ਵੀ ਇਸੇ ਤਰ੍ਹਾਂ ਆਸ ਕਰਦੇ ਹਾਂ ਸਾਂਝ ਪਾਓਗੇ ਜੀ।